ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠਾਕੋ ਮਨੁਆ ਰਾਖੋ ਠਾਏ, ਠੈਕ ਮੂਈ ਅਵਗੁਣ ਪਛਤਾਏ। ਠਾਕਰ ਏਕ ਸਬਾਈ ਨਾਰ, ਬਹੁਤੇ ਵੇਸ ਕਰੇ ਕੁੜਿਆਰ। ਪਰ ਕਰ ਜਾਤੀ ਠਾਕ ਰਹਾਈ, ਮਹਿਲ ਬੁਲਾਈ ਠਾਕ ਨਾ ਪਾਈ। ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਧਾਰੀ। ਸਾਈ ਸੁਹਾਗਣ ਠਾਕੁਰ ਧਾਰੀ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਧ ਸੰਗਤ ਜੀ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਹੋ ਕੇ ਪਿਛਲੇ ਕੁਛ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਬਾਣੀ ਦੱਖਣੀ ਓਂਕਾਰ ਦਾ ਵਿਚਾਰ ਕਰ ਰਹੇ ਹਾਂ। ਇਸ ਬਾਣੀ ਦੇ ਵਿੱਚ ਉਸ ਪੰਡਤ ਨੂੰ ਕੀ ਸਮਝਾਇਆ ਅਤੇ ਸਾਨੂੰ ਕੀ ਸਮਝ ਆਉਣੀ ਚਾਹੀਦੀ ਆ, ਅੱਜ ਇਸ ਬਾਣੀ ਨੂੰ ਪੜ੍ਹ ਕੇ ਇਹ ਵਿਚਾਰ ਆਪਾਂ ਕਰਦੇ ਹਾਂ। ਸਾਧ ਸੰਗਤ ਜੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਇਹ 29ਵਾਂ ਅੰਗ ਹੈ ਇਸ ਬਾਣੀ ਦਾ। ਸਤਿਗੁਰੂ ਬਖਸ਼ਿਸ਼ ਕਰਦੇ ਹੈ, ਠਾਕੋ ਮਨੁਆ ਰਾਖੋ ਠਾਏ, ਠੈਕ ਮੂਈ ਅਵਗੁਣ ਪਛਤਾਏ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਇਹ ਰੂਹ ਜਿਹੜੀ ਹੈ, ਇਹ ਮਨ ਜਿਹੜਾ ਸਾਡਾ ਹੈ, ਇਹ ਪਰਮ ਪਿਤਾ ਪਰਮਾਤਮਾ ਸਾਡੇ ਮਨ ਨੂੰ ਠਾਕ ਦਿੰਦਾ ਹੈ। ਜਦੋਂ ਮਤਲਬ ਅਸੀਂ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਠਾਕ ਦਿਓ, ਅਤੇ ਫਿਰ ਗੁਰੂ ਸਾਹਿਬ ਕੀ ਕਰਦਾ ਹੈ ਕਿ ਇਸ ਮਨ ਨੂੰ ਠਾਕ ਕੇ, ਭਾਵ ਰੋਕ ਕੇ, ਠਿਕਾਣੇ ਸਿਰ, ਭਾਵ ਜਿੱਥੇ ਉਸ ਦਾ ਠਿਕਾਣਾ ਹੁੰਦਾ ਹੈ, ਭਾਵ ਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਦਿੰਦਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ, ਭਾਈ ਠੈਕ ਮੂਈ ਅਵਗੁਣ ਪਛਤਾਏ। ਅਤੇ ਜਿਹੜੀ ਰੂਹ ਦੇ ਅੰਤਰ ਹਿਰਦੇ ਦੇ ਵਿੱਚ, ਅੰਤਰ ਕਰਮ ਦੇ ਵਿੱਚ, ਅੰਤਰ ਜੀਵਨ ਦੇ ਵਿੱਚ ਅਵਗੁਣ ਭਰੇ ਹੁੰਦੇ ਹੈ, ਅਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਠੈਕ, ਭਾਵ ਭਟਕਦੀ ਹੋਈ, ਥਾਂ ਥਾਂ ਠੋਕਰਾਂ ਕਰਦੀ ਹੋਈ, ਕਦੇ ਉੱਧਰ ਲੜਦੀ ਹੈ, ਕਦੇ ਉੱਧਰ ਲੜਾਈ ਕਰਦੀ ਹੈ, ਕਦੇ ਉੱਧਰ ਮੈਂ ਕਰਦੀ ਹੈ, ਕਦੇ ਹਉਮੈ ਕਰਦੀ ਹੈ, ਕਦੇ ਕਿਸੇ ਨੂੰ ਬੁਰਾ ਬੋਲਦੀ ਹੈ, ਕਦੇ ਕਿਸੇ ਨਾਲ ਲੜਾਈ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਉਹ ਮਰ ਜਾਂਦੀ ਹੈ। ਠੈਕ ਮੂਈ ਅਵਗੁਣ ਪਛਤਾਏ। ਅਵਗੁਣ ਦੇ ਵਜ੍ਹਾ ਕਰਕੇ ਇਹ ਰੂਹ ਜਿਹੜੀ ਹੈ ਮਰ ਜਾਂਦੀ ਹੈ, ਲੜ ਲੜ ਕੇ, ਲੋਕਾਂ ਨਾਲ ਪਾਪ ਕਰਮ ਕਰ ਕਰਕੇ, ਬੁਰਾਈਆਂ ਕਰ ਕਰਕੇ, ਅਤੇ ਫਿਰ ਪਛਤਾਉਂਦੀ ਹੈ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਇਹ ਰੂਹ ਜਿਹੜੀ ਸਾਡੀਆਂ ਹੈ ਕੀ ਚੀਜ਼। ਗੁਰੂ ਸਾਹਿਬ ਕਹਿੰਦੇ ਆ, ਠਾਕੁਰ ਏਕ ਸਬਾਈ ਨਾਰ। ਇਹ ਰੂਹਾਂ ਸਾਡੀਆਂ ਨਾਰ ਦੇ ਰੂਪ ਦੇ ਵਿੱਚ ਪਰਮਾਤਮਾ ਦੀਆਂ ਅਰਧਾਂਗਣੀਆਂ ਹੈ, ਪਤਨੀਆਂ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ, ਉਹ ਠਾਕੁਰ ਜਿਹੜਾ ਹੈ ਨਾ, ਜਿਹੜਾ ਬੰਧਨਾਂ ਨੂੰ ਠਾਕਦਾ ਹੈ, ਜਿਹੜਾ ਦੁੱਖਾਂ ਕਲੇਸ਼ਾਂ ਰੋਗਾਂ ਕਸ਼ਟਾਂ ਪਾਪਾਂ ਨੂੰ ਠਾਕਦਾ ਹੈ, ਉਹ ਠਾਕੁਰ ਜਿਹੜਾ ਹੈ ਉਹ ਇੱਕ ਹੀ ਹੈ ਸਾਰੇ ਸੰਸਾਰ ਦੇ ਵਿੱਚ। ਪਰ ਸਾਰੇ ਸੰਸਾਰ ਦੇ ਵਿੱਚ ਅਨੇਕਾਂ ਜੀਵ ਜਿਹੜੇ ਹੈ, ਉਹਦੀਆਂ ਰੂਹਾਂ ਜਿਹੜੀਆਂ ਹੈ, ਉਹ ਉਹਦੀਆਂ ਨਾਰਾਂ ਹੈ, ਉਹਦੀਆਂ ਪਤਨੀਆਂ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਆ, ਇਹ ਫਿਰ ਐਸੀ ਨਾਰ ਜਿਹੜੀ ਹੈ ਔਗਣਾਂ ਦੀ ਭਰੀ ਹੋਈ ਹੈ, ਉਹ ਫਿਰ ਕੈਸੀ ਹੈ। ਗੁਰੂ ਸਾਹਿਬ ਕਹਿੰਦੇ, ਬਹੁਤੇ ਵੇਸ ਕਰੇ ਕੁੜਿਆਰ। ਜਿਹੜੀ ਕੂੜੀ ਰੂਹ ਹੁੰਦੀ ਹੈ ਨਾ, ਪਤੀ ਦੇ ਹੁਕਮ ਦੇ ਵਿੱਚ ਨਹੀਂ ਹੈ, ਪਤੀ ਦੇ ਕਹਿਣੇ ਦੇ ਵਿੱਚ ਨਹੀਂ ਹੈ, ਪਤੀ ਦੇ ਰਜ਼ਾ ਦੇ ਵਿੱਚ ਨਹੀਂ ਹੈ, ਅਤੇ ਕਹਿੰਦੇ ਵੀ ਉਹ ਬਹੁਤ ਵੇਸ ਕਰਦੀ ਹੈ, ਬੜੀਆਂ ਗੱਲਾਂ ਕਰਦੀ ਹੈ, ਆਪਣੇ ਮਨ ਤੋਂ ਬਹੁਤ ਅਨੇਕ ਹੀ
ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਆਪਣੇ ਮਨ ਦੀਆਂ ਗੱਲਾਂ ਬਣਾ ਬਣਾ ਕੇ ਹੀ ਉਹ ਜਿਹੜੀ ਹੈ ਕੂੜੇ ਕੰਮ ਕਰਦੀ ਹੈ, ਕੁੜਿਆਰ ਕਰਦੀ ਹੈ। ਪਾਪ ਆਪਣੇ ਜੀਵਨ ਦੇ ਵਿੱਚ ਕਰਮ ਐਸੇ ਕਰਦੀ ਹੈ ਕਿ ਜਿਨ੍ਹਾਂ ਦਾ ਫਲ ਜਿਹੜਾ ਉਹ ਪਾਪ ਬਣਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਹੈ ਪਰ ਕਰ ਜਾਤੀ ਠਾਕ ਰਹਾਈ, ਐਸੀ ਨਾਰ ਨੂੰ ਇਹ ਪਰਮਪਿਤਾ ਪਰਮਾਤਮਾ ਜਿਹੜਾ ਠਾਕੁਰ ਹੈ ਨਾ ਉਹ ਠਾਕ ਦਿੰਦਾ ਹੈ। ਮਤਲਬ ਜਿਹੜੀ ਪਰ ਕਰ ਜਾਂਦੀ ਹੈ, ਕਦੇ ਉੱਧਰ ਜਾਂਦੀ ਹੈ, ਕਦੇ ਉੱਧਰ ਜਾਂਦੀ ਹੈ, ਕਦੇ ਉੱਧਰ ਦੇਖਦੀ ਹੈ, ਕਦੇ ਉੱਧਰ ਪਾਪ ਕਰਮ ਕਰਦੀ ਹੈ, ਕਦੇ ਕਿਵੇਂ ਮਨ ਦੀਆਂ ਮਰਜ਼ੀਆਂ ਕਰਕੇ ਅਵਗੁਣ ਖੱਟਦੀ ਹੈ, ਉਸ ਨੂੰ ਪਰਮਪਿਤਾ ਪਰਮਾਤਮਾ ਜਦੋਂ ਇਹ ਖੁਸ਼ੀ ਬਖਸ਼ਿਸ਼ ਕਰਦਾ ਹੈ ਨਾ, ਅਤੇ ਉਹ ਦੂਜੇ ਘਰ ਦੇ ਵਿੱਚ ਭਾਵ ਮਾਇਆ ਦੇ ਘਰ ਦੇ ਵਿੱਚ ਪਾਪ ਕਰਮਾਂ ਦੇ ਵਿੱਚ ਲਿਪਤ ਹੋਈ ਰੂਹ ਨੂੰ ਜਿਹੜਾ ਉਹ ਪਰਮਾਤਮਾ ਆਪਣੀ ਕਿਰਪਾ ਕਰਕੇ ਠਾਕ ਦਿੰਦਾ, ਰੋਕ ਦਿੰਦਾ। ਅੱਗੇ ਗੁਰੂ ਸਾਹਿਬ ਕਹਿੰਦੇ ਆ ਮਹਿਲ ਬੁਲਾਈ ਠਾਕ ਨਾ ਪਾਈ, ਫਿਰ ਉਸ ਰੂਹ ਨੂੰ ਪਰਮਪਿਤਾ ਪਰਮਾਤਮਾ ਆਪਣੀ ਕਿਰਪਾ ਕਰਕੇ ਆਪਣੇ ਮਹਿਲ ਦੇ ਵਿੱਚ ਬੁਲਾ ਲੈਂਦਾ, ਔਰ ਉਹ ਮਹਿਲ ਦੇ ਵਿੱਚ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਉਹ ਸਿੱਧੀ ਜਿਹੜੀ ਹੈ ਸੰਸਾਰ ਤੋਂ ਉੱਠ ਕੇ ਪਰਮਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਮਹਿਲ ਦੇ ਵਿੱਚ ਜਿਹੜੀ ਆ ਉਹ ਦਾਖਲ ਹੋ ਜਾਂਦੀ ਹੈ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਇਹ ਹੋਇਆ ਕਿਵੇਂ। ਸ਼ਬਦ ਸਵਾਰੀ, ਜਦੋਂ ਪਰਮਾਤਮਾ ਨੇ ਕੀ ਕਿਰਪਾ ਕੀਤੀ, ਉਹਨੂੰ ਪਾਪ ਕਰਮਾਂ ਤੋਂ ਠਾਕ ਦਿੱਤਾ, ਰੋਕ ਦਿੱਤਾ, ਅਤੇ ਫਿਰ ਉਸ ਰੂਹ ਨੇ ਸ਼ਬਦ ਦਾ ਸਹਾਰਾ ਲਿਆ। ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਪਰਮਾਤਮਾ ਦੇ ਨਾਮ ਦੁਆਰਾ ਉਹਦੀ ਰੂਹ ਜਿਹੜੀ ਹੈ ਇਹ ਸਵਾਰੀ ਗਈ, ਅਤੇ ਇਹ ਸੱਚ ਨੂੰ ਪਿਆਰੀ ਹੋ ਗਈ, ਭਾਵ ਪਰਮਪਿਤਾ ਪਰਮਾਤਮਾ ਨੂੰ ਪਿਆਰੀ ਹੋ ਗਈ। ਸ਼ਬਦ ਸਵਾਰੀ ਸਾਚ ਪਿਆਰੀ। ਅਤੇ ਅੱਗੇ ਗੁਰੂ ਸਾਹਿਬ ਕਹਿੰਦੇ ਵੀ ਇਹੀ ਰੂਹ ਜਿਹੜੀ ਹੈ ਨਾ ਫਿਰ ਪਰਮਾਤਮਾ ਦੀ ਸੁਹਾਗਣ ਨਾਰੀ ਬਣ ਜਾਂਦੀ ਹੈ। ਕਹਿੰਦੇ ਸਾਈ ਸੁਹਾਗਣ ਠਾਕੁਰ ਤਾਰੀ। ਇਹੀ ਰੂਹ ਜਿਹੜੀ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਲੈ ਕੇ ਸਿਮਰਨ ਕਰਕੇ ਸੱਚ ਨੂੰ ਪਿਆਰੀ ਹੋ ਜਾਂਦੀ ਹੈ, ਉਦੋਂ ਉਹ ਠਾਕਰ ਜਿਹੜਾ ਨਾ ਇਸ ਰੂਹ ਨੂੰ ਵਰ ਲੈਂਦਾ ਹੈ, ਧਾਰਨ ਕਰ ਲੈਂਦਾ ਹੈ, ਭਾਵ ਆਪਣੀ ਪਤਨੀ ਦੇ ਰੂਪ ਦੇ ਵਿੱਚ ਉਸ ਨੂੰ ਸਤਿਕਾਰ ਦਿੰਦਾ ਹੈ, ਉਸ ਨੂੰ ਰੂਹ ਨੂੰ ਐਸਾ ਸਨਮਾਨ ਦਿੰਦਾ ਹੈ ਕਿ ਉਸ ਨੂੰ ਕੋਈ ਵੀ ਸੱਚਖੰਡ ਦੇ ਮਹਿਲ ਦੇ ਵਿੱਚ ਕੋਈ ਰੋਕ ਨਹੀਂ ਸਕਦਾ। ਸੱਚਖੰਡ ਦੇ ਮਹਿਲ ਦੇ ਵਿੱਚ ਉਹ ਦਾਖਲ ਹੋ ਜਾਂਦੀ ਹੈ, ਪਰਮਪਿਤਾ ਪਰਮਾਤਮਾ ਦੀ ਪਿਆਰੀ ਹੁੰਦੀ ਹੈ, ਅਤੇ ਉਹ ਸੁਹਾਗਣ ਬਣ ਜਾਂਦੀ ਹੈ, ਭਾਵ ਪਤੀ ਪਰਮੇਸ਼ਰ ਉਸ ਦਾ ਜਿਹੜਾ ਹੈ ਉਸ ਦੇ ਸਿਰ 'ਤੇ ਹੱਥ ਰੱਖ ਕੇ ਉਸ ਨੂੰ ਬਖਸ਼ਾਂ ਬਖਸ਼ਦਾ ਹੈ। ਹੁਣ ਅੱਗੇ ਅਗਲਾ ਬੰਦ ਹੈ, ਗੁਰੂ ਸਾਹਿਬ ਸਾਨੂੰ ਸਮਝਾਉਂਦੇ, ਕਹਿੰਦੇ ਵੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸਿਗਾਰ, ਡਾਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀਡਾਰ, ਡਰ ਭਮੂਈ ਕਰ ਆਪਣੇ ਡੀਠੀ ਕੰਤ ਸੁਜਾਨ, ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ, ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ, ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ, ਡੂਗਰ ਵਾਸ ਤਿਖਾ ਕਣੀ ਜਬ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ, ਤਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ, ਦੇ ਦੇ ਆਖੈ ਸਭ ਕੋਈ ਜੈ ਪਾਵੈ ਤੈ ਦੇ, ਗੁਰੂ ਦੁਆਰੈ ਦੇਵਸੀ ਤਿਖਾ ਨਵਾਰੈ ਸੋਏ। ਇਸ ਬੰਦ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਇਹ ਰੂਹਾਂ ਜਿਹੜੀਆਂ ਨਾ ਡੋਲਤ ਡੋਲਤ ਹੈ ਸਖੀ, ਜਦੋਂ ਇਹ ਮਾਇਆ ਦੇ ਚੱਕਰ ਦੇ ਵਿੱਚ ਫਸ ਜਾਂਦੀਆਂ ਫਿਰ ਇਹ ਦਰ ਦਰ ਭਟਕਦੀਆਂ, ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਐਸਾ ਇਹਨਾਂ ਦੀ ਹਾਲਾਤ ਹੋ ਜਾਂਦੀ ਹੈ ਕਿ ਇਹ ਕੱਖੋਂ ਹੌਲੀਆਂ ਹੋ ਜਾਂਦੀਆਂ, ਇਹਨਾਂ ਦੇ ਸਿਗਾਰ ਜਿਹੜੇ ਹੁੰਦੇ ਆ, ਇਹਨਾਂ ਦੇ ਵਸਤਰ ਜਿਹੜੇ ਹੁੰਦੇ ਆ ਇਹ ਵੀ ਫਟ ਜਾਂਦੇ ਆ, ਭਾਵ ਵਸਤਰ ਫਟਣ ਦਾ ਮਤਲਬ ਕਿ ਸਾਡੇ ਸਰੀਰ ਦਾ ਚੋਲਾ ਜਿਹੜਾ ਹੈ ਇਹ ਵੀ ਦਾਗੀ ਹੋ ਜਾਂਦਾ, ਇਹ ਵੀ ਪਾਟ ਜਾਂਦਾ, ਲੀਰੋ ਲੀਰ ਹੋ ਜਾਂਦਾ ਹੈ। ਮਨ ਨੇ ਤਾਂ ਲੀਰੋ ਲੀਰ ਹੋਣਾ ਹੀ ਹੋਣਾ, ਰੂਹ ਨੇ ਤਾਂ ਦੁੱਖ ਕਸ਼ਟ ਚੱਲਣੇ ਹੀ ਚੱਲਣੇ ਆ, ਇਹ ਤਨ ਦਾ ਚੋਲਾ ਵੀ ਜਿਹੜਾ ਦੁੱਖ ਕਸ਼ਟ ਚੱਲਦਾ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਹੁਣ ਅੱਗੇ ਬਖਸ਼ਿਸ਼ ਕਰਦੇ ਆ, ਡਾ ਪਣ ਤਨ ਸੁੱਖ ਨਹੀਂ ਬਿਨ ਡਰ ਬਿਨ ਠੀਡਾਰ। ਡਾਹਪਣ ਕਹਿੰਦੇ ਆ ਕਿਸੇ ਦੂਸਰੇ ਬੰਦੇ ਨਾਲ ਰੰਜਿਸ਼ ਰੱਖਣੀ,
ਕਿਸੇ ਦੂਸਰੇ ਬੰਦੇ ਨੂੰ ਐਵੇਂ ਹੀ ਤੰਗ ਕਰੀ ਰੱਖਣਾ, ਐਵੇਂ ਹੀ ਉਸ ਦੀ ਗੱਲ ਨੂੰ ਸਮਝਣਾ ਨਹੀਂ ਹੈ, ਐਵੇਂ ਹੋਰ ਗੱਲਾਂ ਬਣਾਈ ਜਾਣੀਆਂ, ਉਹਦੇ ਨਾਲ ਲੜਾਈ ਕਰੀ ਰੱਖਣੀ, ਡਾਹ ਰੰਜਿਸ਼ ਰੱਖਣੀ ਕਿਸੇ ਬੰਦੇ ਨਾਲ, ਦੂਸਰੀ ਰੂਹ ਨਾਲ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਦੇ ਵਿੱਚ ਤਨ ਨੂੰ ਸੁੱਖ ਨਹੀਂ ਹੈ, ਇਹ ਦੁੱਖਾਂ ਦਾ ਘਰ ਹੈ। ਜੇ ਅਸੀਂ ਕਿਸੇ ਬੰਦੇ ਨਾਲ ਰੰਜਿਸ਼ ਰੱਖਦੇ ਹਾਂ, ਕਿਸੇ ਬੰਦੇ ਨਾਲ ਕਿਸੇ ਦੀ ਬੰਦੇ ਦੀ ਗੱਲ ਨੂੰ ਸਮਝਦੇ ਹੋਏ ਵੀ ਅਸੀਂ ਉਸ ਨੂੰ ਉਲਟ ਗੱਲ ਕਰਦੇ ਹਾਂ, ਅਸੀਂ ਉਸ ਨੂੰ ਬੇਇੱਜ਼ਤ ਕਰਦੇ ਹਾਂ, ਇਹ ਕਹਿ ਲਓ ਕਿ ਮਤਲਬ ਜੋ ਉਸ ਦਾ ਹੱਕ ਬਣਦਾ ਉਸ ਤੋਂ ਵੀ ਅਸੀਂ ਉਸ ਨੂੰ ਦੂਰ ਕਰਦੇ ਹਾਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਭਾਈ ਇਹਦੇ ਵਿੱਚ ਸਾਡੇ ਤਨ ਨੂੰ ਸੁੱਖ ਨਹੀਂ ਹੈ। ਕਹਿੰਦੇ ਫਿਰ ਬਿਨ ਡਰ ਬਿਨ ਠੀ ਡਾਰ, ਕਿਉਂਕਿ ਉਸ ਬੰਦੇ ਨੂੰ ਪਰਮਾਤਮਾ ਦਾ ਸੁੱਖ ਹੀ ਡਰ ਹੀ ਨਹੀਂ ਹੁੰਦਾ। ਉਹ ਆਪਦੀਆਂ ਮਰਜ਼ੀ ਦੀਆਂ ਗੱਲਾਂ ਕਰਦਾ, ਜਿਵੇਂ ਜਿਸ ਕਿਸੇ ਨਾਲ ਵਰਤਦਾ ਉਵੇਂ ਬੋਲਦਾ, ਉਵੇਂ ਗੱਲ ਕਰਦਾ, ਉਵੇਂ ਕਰਮ ਕਰਦਾ, ਉਵੇਂ ਹੀ ਉਹ ਸੇਵਾ ਕਰਦਾ। ਆਪਣੇ ਆਪ ਨੂੰ ਕਹਿੰਦਾ ਮੈਂ ਸੇਵਾ ਕਰਦਾ, ਪਰ ਹੁੰਦੀ ਉਹ ਹਉਮੈ ਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਬਿਨ ਡਰ, ਜਦੋਂ ਪਰਮਾਤਮਾ ਦਾ ਡਰ ਨਾ ਕਿਸੇ ਨੂੰ ਰਵੇ, ਤੇ ਬਿਨ ਠੀ ਡਾਰ, ਉਹ ਡਾਰ ਵੀ ਜਿਹੜੀ ਹੈ ਨਾ ਐਸੀਆਂ ਰੂਹਾਂ ਦੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਚਾਹੇ ਕਿੰਨੀਆਂ ਹੀ ਹੋਣ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹੈ, ਡਰ ਭਮੂਈ ਘਰ ਆਪਣੇ ਡੀਠੀ ਕੰਤ ਸੁਜਾਨ, ਡਰ ਰਾਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ। ਤੇ ਦੂਜੇ ਪਾਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਨੂੰ ਸਮਝਾ ਰਹੇ ਆ ਕਿ ਜਿਹੜੀ ਦੂਜੀ ਰੂਹ ਹੈ, ਜਿਹੜੀ ਪਰਮਾਤਮਾ ਦੇ ਭੈ ਦੇ ਵਿੱਚ ਡਰ ਰਹੀ ਹੈ ਕਿ ਮੈਂ ਕਿਸੇ ਨੂੰ ਬੁਰਾ ਨਾ ਕਹਿ ਦੇਵਾਂ, ਮੈਂ ਕਿਸੇ ਨੂੰ ਗਲਤ ਨਾ ਕਹਿ ਦੇਵਾਂ, ਮੈਂ ਕਿਸੇ ਦਾ ਹੱਕ ਨਾ ਮਾਰ ਦੇਵਾਂ, ਮੈਂ ਕਿਸੇ ਦਾ ਮਤਲਬ ਕਿ ਅਪਮਾਨ ਨਾ ਕਰ ਦੇਵਾਂ, ਮੈਂ ਕਿਸੇ ਦੀ ਅਵੱਗਿਆ ਨਾ ਕਰ ਦੇਵਾਂ, ਐਸੀ ਅਵਸਥਾ ਦੇ ਵਿੱਚ ਪਰਮਾਤਮਾ ਤੋਂ ਉਹ ਰੂਹ ਡਰਦੀ ਹੈ ਔਰ ਸਭ ਨੂੰ ਜੀ ਆਇਆ ਕਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਆ, ਫਿਰ ਗੁਰੂ ਸਾਹਿਬ ਕਹਿੰਦੇ ਆ ਡਰ ਭਮੂਈ ਘਰ ਆਪਣੇ, ਆਪਣੇ ਅੰਦਰ ਹਿਰਦੇ ਦੇ ਵਿੱਚ ਹੀ ਉਸ ਨੂੰ ਪਹਿਲਾਂ ਹੀ ਡਰ ਹੁੰਦਾ ਕਿ ਮੈਂ ਕਿਸੇ ਨਾਲ ਗਲਤੀ ਨਾ ਕਰ ਦੇਵਾਂ, ਮੈਂ ਕਿਸੇ ਨਾਲ ਬੁਰਾ ਨਾ ਕਰ ਦੇਵਾਂ, ਮੈਂ ਕਿਸੇ ਦਾ ਅਪਮਾਨ ਨਾ ਕਰ ਦੇਵਾਂ, ਮੈਂ ਕਿਸੇ ਦਾ ਹੱਕ ਨਾ ਮਾਰ ਲਵਾਂ। ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਇਹ ਵੀ ਪਾਪ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਗੁਰੂ ਸਾਹਿਬ ਨੇ ਜਦੋਂ ਇਹ ਐਸੀ ਰੂਹ ਪਰਮਾਤਮਾ ਤੋਂ ਡਰਦੀ ਹੈ ਨਾ, ਤੇ ਪਰਮਾਤਮਾ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਵੀ ਇਹ ਰੂਹ ਜਿਹੜੀ ਹੈ ਮੇਰੇ ਸਮਰਪਣ ਦੇ ਵਿੱਚ ਹੈ, ਇਹ ਰੂਹ ਮੇਰੇ ਪਿਆਰ ਦੇ ਵਿੱਚ ਹੈ, ਇਹ ਮੇਰੀ ਰੂਹ ਜਿਹੜੀ ਹੈ ਮੇਰੇ ਭੈ ਦੇ ਵਿੱਚ ਹੈ, ਮੈਨੂੰ ਮੰਨ ਰਹੀ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਡਰ ਰਾਖਿਆ ਗੁਰੇ ਆਪਣੇ, ਉਸ ਰੂਹ ਨੇ ਪਰਮਾਤਮਾ ਦਾ, ਆਪਣੇ ਗੁਰੂ ਦਾ ਡਰ ਆਪਣੇ ਹਿਰਦੇ ਦੇ ਵਿੱਚ ਰੱਖਿਆ ਤੇ ਨਿਰਭਉ ਨਾਮ ਦਾ ਵਿਖਿਆਨ ਕੀਤਾ। ਭਾਵ ਉਹ ਬਿਨਾਂ ਭਾਉ ਤੋਂ, ਬਿਨਾਂ ਡਰ ਤੋਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ, ਪਰਮਾਤਮਾ ਦਾ ਨਾਮ ਸਿਮਰਨ ਕਰਦੀ ਰਹੀ ਔਰ ਇਸ ਤਰ੍ਹਾਂ ਦੇ ਨਾਲ ਪਰਮਾਤਮਾ ਦਾ ਨਾਮ ਦਾ ਵਿਖਿਆਨ ਵੀ ਕਰਦੀ ਰਹੀ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਡੂਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ, ਇਸ ਸੰਸਾਰ ਰੂਪੀ ਭਵ ਸਾਗਰ ਦੇ ਪਹਾੜ ਦੇ ਵਿੱਚੋਂ, ਦੁੱਖਾਂ ਦੇ ਪਹਾੜ ਦੇ ਵਿੱਚੋਂ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੀ ਵਾਸ ਕਰ ਰਹੀ ਹੈ ਨਾ ਰੂਹ, ਉਹਨੂੰ ਬੜੀ ਤਿਖਾ ਹੁੰਦੀ ਹੈ, ਤਿਖਾ ਹੁੰਦੀ ਹੈ ਤ੍ਰਿਸ਼ਨਾ, ਭਾਵ ਤ੍ਰਿਸ਼ਨਾ। ਜਬ ਦੇਖਾ, ਫਿਰ ਜਦੋਂ ਦੇਖਿਆ, ਇੱਕ ਪਿਆਸ ਲੱਗੀ ਹੋਈ ਆ ਉਸ ਨੂੰ, ਇੱਕ ਤ੍ਰਿਸ਼ਨਾ ਮਾਇਆ ਦੀ ਲਾਲਚ ਦੀ ਹੁੰਦੀ ਹੈ, ਇੱਕ ਤ੍ਰਿਸ਼ਨਾ ਪਰਮਾਤਮਾ ਦੇ ਮਿਲਣ ਦੀ ਹੁੰਦੀ ਹੈ, ਜਿਹਨੂੰ ਅਸੀਂ ਤਿਖਾ ਕਹਿੰਦੇ ਹਾਂ, ਪਿਆਸ ਕਹਿੰਦੇ ਹਾਂ, ਤਿਖਾ ਪਿਆਸ ਨੂੰ ਕਹਿੰਦੇ ਆ। ਉਹ ਰੂਹ ਨੂੰ ਪਰਮਾਤਮਾ ਦੇ ਮਿਲਣ ਦੀ ਪਿਆਸ ਹੁੰਦੀ ਹੈ ਔਰ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਉਸ ਨੂੰ ਆਪਣੀ ਕਿਰਪਾ ਕਰਕੇ ਉਸ ਨੂੰ ਦਿਖਾ ਦਿੰਦਾ ਹੈ, ਆਪਣਾ ਭੇਦ, ਆਪਣੇ ਦਰਸ਼ਨਦਾਰੇ ਕਰਾ ਦਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਫਿਰ ਐਂ ਲੱਗਦਾ ਹੈ ਦੇਖਾ ਨਹੀਂ ਦੂਰ, ਜਦੋਂ ਦੇਖਿਆ ਤੇ ਪਰਮਾਤਮਾ ਇਹ ਲੱਗਿਆ ਵੀ ਦੂਰ ਨਹੀਂ ਹੈ, ਸਾਡੇ ਤੋਂ, ਸਾਡੇ ਅੰਤਰ ਹਿਰਦੇ ਦੇ ਵਿੱਚ ਹੀ ਹੈ, ਸਾਡੇ 10ਵੇਂ ਦੁਆਰ ਦੇ ਵਿੱਚ ਬਿਰਾਜਮਾਨ ਹੈ, ਸਾਡੇ ਹਿਰਦੇ ਦੇ ਵਿੱਚ ਹਾਜ਼ਰ ਹੋ ਗਿਆ, ਪ੍ਰਗਟ ਹੋ ਗਿਆ। ਤੇ ਗੁਰੂ ਸਾਹਿਬ ਦੀ ਕਿਰਪਾ ਐਸੀ ਹੁੰਦੀ ਹੈ ਕਿ ਰੂਹ ਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ ਹੈ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ। ਫਿਰ ਇਸ ਰੂਹ ਨੇ ਕੀ ਕੀਤਾ ਕਿ ਸ਼ਬਦ ਨੂੰ ਮੰਨ ਕੇ, ਨਾਮ ਪਰਮਾਤਮਾ ਦੇ ਨਾਮ ਸ਼ਬਦ ਨੂੰ ਮੰਨ ਕੇ ਵਾਹਿਗੁਰੂ 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 ਸਿਮਰਨ ਕਰਦੀ ਹੋਈ ਨੇ ਆਪਣੀ ਪਿਆਸ ਬੁਝਾ ਲਈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਪਿਆਸ ਬੁਝੀ ਕਿਵੇਂ? ਕਹਿੰਦੇ ਵੀ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ, ਅੰਮ੍ਰਿਤ ਨੇ ਮਨ ਤਨ ਸ਼ੀਤਲ ਕਰ ਦਿੱਤਾ। ਅੰਮ੍ਰਿਤ ਇੱਕ ਐਸੀ ਚੀਜ਼ ਹੈ ਕਿ ਜਿਹਦੇ ਸਾਰੀਆਂ ਤ੍ਰਿਸ਼ਨਾਵਾਂ, ਸਾਰੀਆਂ ਭੁੱਖਾਂ, ਸਭ ਪਿਆਸ ਜਿਹੜੀ ਹੈ
ਉਹ ਇਹ ਰੂਹ ਦੀ ਖਤਮ ਕਰ ਦਿੰਦਾ ਔਰ ਰੂਹ ਦੀ ਪਿਆਸ ਖਤਮ ਕਰਕੇ ਮਨ ਨੂੰ ਸੀਤਲ ਕਰ ਦਿੰਦਾ ਹੈ ਔਰ ਅੰਮ੍ਰਿਤ ਜਿਹੜਾ ਹੈ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਜਿਹੜਾ ਹੈ ਇਹ ਰੂਹ ਦੇ ਰਸਦਾ ਰਹਿੰਦਾ ਹੈ ਔਰ ਇਸ ਨੂੰ ਇਸ ਅੰਮ੍ਰਿਤ ਦੇ ਸਦਕਾ ਹੀ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਇਸ ਰੂਹ ਨੂੰ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਔਰ ਇਸ ਤਰ੍ਹਾਂ ਦੇ ਨਾਲ ਇਹ ਭਰਪੂਰ ਜਿਹੜਾ ਅੰਮ੍ਰਿਤ ਹੈ ਇਸ ਰੂਹ ਦੇ ਅੰਤਰ ਹਿਰਦੇ ਦੇ ਵਿੱਚ ਰਸਦਾ ਵਸਦਾ ਰਹਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਦੇ ਦੇ ਆਖੈ ਸਭ ਕੋਈ, ਜੈ ਪਾਵੈ ਤੈ ਦੇ। ਸਾਰੀਆਂ ਰੂਹਾਂ, ਸਾਰੇ ਸੰਸਾਰ ਦੇ ਲੋਕ, ਸਾਰੇ ਬੰਦੇ ਕਹਿੰਦੇ ਹੱਥ ਜੋੜ ਕੇ ਪਰਮਾਤਮਾ ਨੂੰ, ਸੱਚੇ ਪਾਤਸ਼ਾਹ ਦੇ ਕੁਛ ਸਾਨੂੰ ਦੇ ਸੱਚੇ ਪਾਤਸ਼ਾਹ। ਤੇ ਗੁਰੂ ਸਾਹਿਬ ਕੀ ਦਿੰਦੇ ਆ ਕਿ ਜਿਸ ਦੇ ਉੱਤੇ ਖੁਸ਼ੀ ਆ ਜਾਂਦੀ ਹੈ ਉਸ ਨੂੰ ਆਪਣਾ ਨਾਮ ਬਖਸ਼ ਦਿੰਦੇ ਆ। ਜਿਸ ਭਾਵੈ ਤੈ ਦੇ, ਪਰਮਾਤਮਾ ਦਾ ਨਾਮ ਉਸ ਰੂਹ ਨੂੰ ਬਖਸ਼ ਦਿੰਦੇ ਆ ਜਿਸ 'ਤੇ ਖੁਸ਼ੀ ਆ ਜਾਂਦੀ ਹੈ, ਜਿਹੜੀ ਰੂਹ ਉਸ ਨੂੰ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ, ਗੁਰੂ ਦੁਆਰੇ ਦੇਵਸੀ ਤਿਖਾ ਨਵਾਰੈ ਸੋਏ। ਗੁਰੂ ਫਿਰ ਦੁਆਰੇ ਦੇ ਉੱਤੇ ਇਹ ਬਖਸ਼ਿਸ਼ ਦਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਸ ਦੀ ਪਿਆਸ, ਉਸ ਰੂਹ ਦੀ ਪਿਆਸ ਜਿਹੜੀ ਹੈ ਉਹ ਪਰਮਾਤਮਾ ਨਿਵਾਰਨ ਕਰ ਦਿੰਦਾ, ਖ਼ਤਮ ਕਰ ਦਿੰਦਾ ਔਰ ਉਹ ਤ੍ਰਿਪਤ ਹੋ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੀ ਹੈ। ਅੱਗੇ ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਅਗਲੇ ਬੰਦ ਦੇ ਵਿੱਚ, ਟੂ ਡੋਲਤ ਟੂਡਤ ਹਉ ਫਿਰੀ, ਟੈ ਟੈ ਪਵਨ ਕਰਾਰ। ਪਾਰੇ ਟਹਿ ਤੇ ਟਹਿ ਗਏ, ਪਾਰੇ ਟਹਿ ਤੇ ਟਹਿ ਪਏ, ਹੌਲੇ ਨਿਕਸੇ ਪਾਰ। ਅਮਰ ਅਜਾਚੀ ਹਰ ਮਿਲੇ, ਤਿਨ ਕੈ ਹਉ ਬਲ ਜਾਓ। ਤਿਨ ਕੀ ਧੂੜ ਅਕੁਲੀਐ, ਸੰਗਤ ਮੇਲ ਮਿਲਾਓ। ਮਨ ਤਨ ਗੁਰ ਆਪਣੇ ਮਨ ਦੀਆ, ਗੁਰ ਆਪਣੇ ਪਾਇਆ ਨਿਰਮਲ ਨਾਉ। ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ। ਜਿਨ ਨਾਮ ਦਿਆ ਤਿਸ ਸੇਵ ਸਾਂ, ਤਿਸ ਬਲਿਹਾਰੇ ਜਾਓ। ਸੋ ਉਸਾਰੈ ਸੋ ਢਾਸੀ, ਤਿਸ ਬਿਨ ਅਵਰ ਨ ਕੋਏ। ਗੁਰ ਪ੍ਰਸਾਦੀ ਤਿਸ ਸੰਮਲਾ, ਤਾਂ ਤਨ ਦੁਖ ਨ ਹੋਏ। ਗੁਰ ਪ੍ਰਸਾਦੀ ਤਿਸ ਸੰਮਲਾ, ਤਾਂ ਤਨ ਦੁਖ ਨ ਹੋਏ। ਇਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਬੰਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਬਖਸ਼ਿਸ਼ ਕਰਦੇ ਆ। ਭਾਈ ਗੁਰਮੁਖ ਪਿਆਰਿਓ, ਇਹ ਰੂਹ ਜਿਹੜੀ ਹੈ ਨਾ, ਕਈ ਰੂਹਾਂ ਐਸੀਆਂ ਵੀ ਹੁੰਦੀਆਂ ਕਿ ਟੰਡੋਲਤ ਢੂੰਡਤ ਹਉ ਫਿਰੀ, ਟੈ ਟੈ ਪਵਨ ਕਰਾਰ। ਮੈਂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸਾਰੇ ਸੰਸਾਰ ਦੇ ਵਿੱਚ ਢੰਡੋਲਦੀ ਰਹੀ, ਢੂੰਡਦੀ ਰਹੀ, ਟੋਲਦੀ ਰਹੀ, ਵੇਖਿਆ, ਪਰ ਮੈਨੂੰ ਕਿਤੇ ਪਰਮਾਤਮਾ ਦੀ ਕਿਰਪਾ ਨਹੀਂ ਪ੍ਰਾਪਤ ਹੋਈ। ਮੈਂ ਸਾਰੇ ਸੰਸਾਰ ਦੇ ਵਿੱਚ ਢੂੰਡਦੀ ਫਿਰਦੀ ਰਹਿ ਗਈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ, ਐਸੀਆਂ ਰੂਹਾਂ ਜਿਹੜੀਆਂ ਹੁੰਦੀਆਂ ਨਾ, ਉਹਨਾਂ ਦੀ ਅਵਸਥਾ ਕੀ ਹੁੰਦੀ ਹੈ? ਟੈ ਟੈ ਪਵਨ ਕਰਾਰ। ਉਹਨਾਂ ਦੇ ਜਿਹੜੇ ਮਨ ਦੇ ਕਰਾਰ ਹੁੰਦੇ ਹਨ, ਕੀਤੇ ਹੋਏ ਕਰਮ ਹੁੰਦੇ ਆ, ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਸਦਕਾ ਇਹ ਰੂਹਾਂ ਜਿਹੜੀਆਂ ਢਹਿ ਢਹਿ ਪੈਂਦੀਆਂ, ਭਾਵ ਇਹ ਡਿੱਗਦੀਆਂ ਫਿਰਦੀਆਂ, ਇਹਨਾਂ ਨੂੰ ਕੋਈ ਆਸਰਾ ਨਹੀਂ ਮਿਲਦਾ ਕਿਸੇ ਪਾਸਿਓਂ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਪਾਰੇ ਟਹਿ ਤੇ ਟਹਿ ਪਏ, ਨਿਕਲੇ ਹੌਲੇ ਨਿਕਸੇ ਪਾਰ। ਭਾਰੇ ਢਹਿ ਤੇ ਢਹਿ ਪਏ, ਜਿਹੜੇ ਭਾਰੇ ਸੀ, ਭਾਰੇ ਕਿਵੇਂ ਸੀ? ਸਰੀਰ ਕਰਕੇ ਭਾਰੇ ਨਹੀਂ ਸੀ, ਉਹਨਾਂ ਦੇ ਪਾਪ ਭਾਰੇ ਸੀ, ਬਾਹਲੇ ਭਾਰ ਸੀ, ਜ਼ਿਆਦਾ ਪਾਪ ਸੀਗੇ। ਤੇ ਜਿਹੜੇ ਪਾਪਾਂ ਦੇ ਭਰੇ ਹੋਏ ਸੀ ਨਾ, ਭਾਰੇ ਸੀਗੇ, ਤੇ ਗੁਰੂ ਸਾਹਿਬ ਕਹਿੰਦੇ ਉਹ ਤਾਂ ਵਿੱਚੇ ਗਰਕ ਹੋ ਗਏ, ਢਹਿ ਪਏ, ਡਿੱਗ ਪਏ। ਤੇ ਗੁਰੂ ਸਾਹਿਬ ਕਹਿੰਦੇ ਹੌਲੇ, ਜਿਨ੍ਹਾਂ ਦੇ ਪਾਪ ਕਰਮ ਥੋੜ੍ਹੇ ਘਣੇ ਸੀ, ਉਹਨਾਂ 'ਤੇ ਪ੍ਰਮਾਤਮਾ ਦੀ ਕਿਰਪਾ ਹੋਈ, ਉਹਨਾਂ ਨੇ ਨਾਮ ਸਿਮਰਨ ਕੀਤਾ ਔਰ ਉਹ ਪਾਰ ਨਿਕਲ ਗਏ ਪ੍ਰਮਾਤਮਾ ਦੀ ਕਿਰਪਾ ਨਾਲ। ਜਦੋਂ ਪ੍ਰਮਾਤਮਾ ਦੀ ਸ਼ਰਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕੀਤਾ, ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਅਮਰ ਅਜਾਚੀ ਹਰ ਮਿਲੈ, ਤਿਨ ਕੇ ਹਉ ਬਲ ਜਾਓ। ਤਿਨ ਕੀ ਧੂੜ ਅਕੁਲੀਐ, ਸੰਗਤ ਮੇਲ ਮਿਲਾਓ।
ਕਹਿੰਦੇ ਵੀ ਅਮਰ ਅਮਰ ਕੌਣ ਹੈ? ਸਿਰਫ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਉਹ ਅਮਰ ਹੈ। ਉਹ ਨਾ ਕਦੇ ਮਰਦਾ ਨਾ ਜੰਮਦਾ ਹੈ, ਉਹ ਅਬਿਨਾਸੀ ਹੈ। ਉਹ ਸਦਾ ਸੰਸਾਰ ਇੱਕ ਰੂਪ ਦੇ ਵਿੱਚ, ਇੱਕ ਜੋਤ ਦੇ ਵਿੱਚ ਉਹ ਇਸ ਸੰਸਾਰ ਦੇ ਉੱਤੇ ਇਹ ਆਪਣਾ ਕਰਮ ਕਰ ਰਿਹਾ, ਸੰਸਾਰ ਨੂੰ ਚਲਾ ਰਿਹਾ ਹੈ। ਅਜਾਚੀ ਹੈ ਕਿ ਅਜਾਚੀ ਉਹ ਇਸ ਤਰ੍ਹਾਂ ਹੈ ਕਿ ਜੇ ਕਿਸੇ ਰੂਹ ਨੂੰ ਉਸ ਦੇ ਮਿਲਣ ਦੀ ਇੱਛਾ ਹੋਵੇ ਤੇ ਉਹ ਜਾਚਨਾ ਕਰੇ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਜਾਚਨਾ ਕਰਨ ਤੋਂ ਪਹਿਲਾਂ ਹੀ ਉਹਦੇ ਮਨ ਦੀ ਜਿਹੜੀ ਗੱਲ ਹੈ ਨਾ, ਉਹ ਅਜਾਚੀ ਹੈ। ਪਰਮਪਿਤਾ ਪਰਮਾਤਮਾ ਸਾਡੇ ਅੰਤਰ ਦੀਆਂ ਗੱਲਾਂ ਨੂੰ ਜਾਣਦਾ, ਔਰ ਜਦੋਂ ਉਹ ਸਾਡੇ ਅੰਦਰ ਦੀ ਗੱਲ ਨੂੰ ਸਮਝਦਾ ਹੈ ਉਦੋਂ ਪਹਿਲਾਂ ਹੀ ਉਹ ਜਾਚਨਾ ਕਰਤਾ ਨੂੰ ਜਿਹੜਾ ਹੈ ਉਹ ਚੀਜ਼ ਬਖਸ਼ਿਸ਼ ਦਿੰਦੇ। ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਇਸ ਕਰਕੇ ਉਸ ਨੂੰ ਕਿਹਾ ਜਾਂਦਾ ਹੈ ਅਜਾਚੀ। ਜਾਚਨਾ ਕਰਨ ਦੀ ਲੋੜ ਨਹੀਂ ਹੈ, ਆਪਣੇ ਆਪ ਪਰਮਾਤਮਾ ਸਮਝਦਾ ਕਿ ਇਸ ਰੂਹ ਨੂੰ ਇਹ ਰੂਹ ਮੈਨੂੰ ਲੋੜ ਮੰਗ ਰਹੀ ਹੈ, ਇਹ ਰੂਹ ਮੇਰੇ ਦਰਸ਼ਨ ਮੰਗ ਰਹੀ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਭਾਈ ਹਰ ਮਿਲੇ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਤਿਨਕੇ ਹਉ ਵੱਲ ਜਾਓ, ਜਿਨ੍ਹਾਂ ਨੂੰ ਇਸ ਤਰ੍ਹਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਕਹਿੰਦੇ ਵੀ ਅਸੀਂ ਉਹਨਾਂ ਦੇ ਗੁਰੂ ਪਿਆਰਿਆਂ ਦੇ ਬਲ ਜਾਂਦੇ ਹਾਂ, ਬਲਿਹਾਰੇ ਜਾਂਦੇ ਹਾਂ, ਵਾਰੇ ਜਾਂਦੇ ਹਾਂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਉਹਨਾਂ ਦੀ ਸੇਵਾ ਕਰਾਂਗੇ, ਉਹਨਾਂ ਨੂੰ ਨਤਮਸਤਕ ਹੋ ਕੇ ਉਹਨਾਂ ਦੇ ਜਿਹੜੇ ਹੈ ਵਡਿਆਈ ਜਿਹੜੀ ਹੈ ਉਹ ਅਸੀਂ ਕਰਾਂਗੇ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਗੁਰੂ ਸਾਹਿਬ ਕਹਿੰਦੇ ਆ ਵੀ ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਅਸੀਂ ਉਸ ਨੂੰ ਬਲਿਹਾਰੇ ਜਾਵਾਂਗੇ। ਅੱਗੇ ਗੁਰੂ ਸਾਹਿਬ ਕਹਿੰਦੇ ਆ ਤਿਨ ਕੀ ਧੂੜ ਅਕੁਲੀਐ, ਉਸ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਦੇ ਵਿੱਚ ਆਪਣੇ ਆਪ ਨੂੰ ਸਮਿਲਿਤ ਕਰ ਦਈਏ। ਘੁਲੀਏ ਤਾਂ ਮਿਲਣਾ ਹੁੰਦਾ, ਮਿਲਣਾ। ਅਕੁਲੀਏ ਦਾ ਮਤਲਬ ਐਸੇ ਸ਼ਰਧਾ ਭਾਵਨਾ ਬਣ ਜਾਣੀ ਕਿ ਮਿਲਣ ਨਾ ਵੀ ਹੋਵੇ ਤੇ ਪਰਮਾਤਮਾ ਦੀ ਕਿਰਪਾ ਨਾਲ ਰੂਹ ਜਿਹੜਾ ਸਾਡਾ ਇੱਕ ਰਸ ਹੋ ਜਾਵੇ। ਗੁਰਮੁਖ ਪਿਆਰੇ ਦੀ ਚਰਨਾਂ ਦੀ ਧੂੜ ਤੇ ਸਾਡੇ ਮਨ ਦੀ ਜਿਹੜੀ ਪ੍ਰੀਤ ਹੈ ਉਹ ਇੱਕ ਹੋ ਜਾਵੇ, ਉਹਨੂੰ ਕਹਿੰਦੇ ਆ ਘੁਲੀਏ। ਕਹਿੰਦੇ ਵੀ ਘੁਲਣਾ, ਚਰਨਾਂ ਦੀ ਧੂੜ ਦੇ ਵਿੱਚ ਘੁਲ ਜਾਣਾ, ਪਰ ਇਸ ਰੂਪ 'ਚ ਘੁਲਣਾ ਕਿ ਕਿਸੇ ਨੂੰ ਪਤਾ ਵੀ ਨਹੀਂ ਹੈ ਕੀ ਹੈ, ਭਾਵਨਾ ਨਾਲ ਘੁਲਣਾ। ਅੱਗੇ ਕੀ ਕਹਿੰਦੇ ਆ ਕਿ ਸੰਗਤ ਮੇਲ ਮਿਲਾਓ। ਐਸੀ ਕਿਰਪਾ ਕਦੋਂ ਹੁੰਦੀ ਹੈ? ਗੁਰੂ ਸਾਹਿਬ ਕਹਿੰਦੇ ਸਤ ਸੰਗਤ ਦੇ ਵਿੱਚ, ਕਿਉਂਕਿ ਸਤ ਸੰਗਤ ਦੇ ਵਿੱਚ ਪਰਮਾਤਮਾ ਹਾਜ਼ਰ ਹੈ। ਇਸ ਕਰਕੇ ਗੁਰਮੁਖ ਪਿਆਰਿਆਂ ਨੂੰ, ਜਿਨ੍ਹਾਂ ਨੂੰ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਸੰਗਤ ਦੇ ਵਿੱਚੋਂ ਹੀ ਹੁੰਦੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਸਾਨੂੰ। ਅੱਗੇ ਹੁਣ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ। ਜਦੋਂ ਅਸੀਂ ਆਪਣਾ ਮਨ ਜਿਹੜਾ ਪਰਮਾਤਮਾ ਨੂੰ ਸੌਂਪ ਦਿੱਤਾ ਨਾ, ਅਸੀਂ ਹੱਥ ਖੜੇ ਕਰਤੇ ਸੱਚੇ ਪਾਤਸ਼ਾਹ ਸਾਡੇ ਕੋਲੇ ਕੋਈ ਬਲ ਨਹੀਂ ਹੈ, ਸਾਡੇ ਕੋਲੇ ਕੋਈ ਜ਼ੋਰ ਨਹੀਂ ਹੈ, ਸਾਡੇ ਕੋਲੇ ਕੋਈ ਸੂਝ ਨਹੀਂ ਹੈ, ਸਾਡੇ ਕੋਲੇ ਕੋਈ ਸਿਆਣਪ ਨਹੀਂ ਆ, ਅਸੀਂ ਕੋਈ ਵੀ ਜ਼ੋਰ ਜਿਹੜਾ ਹੈ ਆਪਣਾ ਨਹੀਂ ਵਰਤ ਸਕਦੇ। ਸਭ ਤੇਰੀ ਕਰਮ ਜਿਹੜਾ ਹੈ, ਸਭ ਤੇਰੀ ਬਖਸ਼ਿਸ਼ ਜਿਹੜੀ ਹੈ ਉਹ ਸਾਨੂੰ ਕਿਰਪਾ ਕਰੇਗੀ। ਤੇ ਜਦੋਂ ਅਸੀਂ ਮਨ ਇਸ ਤਰ੍ਹਾਂ ਨਾਲ ਗੁਰੂ ਨੂੰ ਸੌਂਪ ਦਿੱਤਾ ਨਾ, ਤੇ ਫਿਰ ਗੁਰੂ ਦੀ ਕਿਰਪਾ ਹੋਈ ਕਿ ਪਰਮਾਤਮਾ ਨੇ ਕਿਰਪਾ ਕਰੀ, ਸਾਨੂੰ ਨਿਰਮਲ ਨਾਮ ਜਿਹੜਾ ਸੀ ਨਾ ਪਰਮਾਤਮਾ ਦਾ ਉਹ ਸਾਡੇ ਹਿਰਦੇ 'ਚ ਵਸ ਗਿਆ, ਔਰ ਹਿਰਦੇ 'ਚ ਵਾਹਿਗੁਰੂ ਨਾਮ ਸਿਮਰਨ ਆਪਣੇ ਆਪ ਨਿਕਲਣਾ ਸ਼ੁਰੂ ਹੋ ਗਿਆ। ਜਪਾ ਜਪ ਰੂਪ ਦੇ ਵਿੱਚ ਪਰਮਾਤਮਾ ਜਿਹੜਾ ਹੈ ਉਹ ਫਿਰ ਸਾਡੇ ਅੰਤਰ ਹਿਰਦੇ ਦੇ ਵਿੱਚ ਇਹ ਨਾਮ ਚੱਲਦਾ ਰਹਿੰਦਾ ਹੈ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਗੁਰਮੁਖ ਪਿਆਰਿਓ। ਗੁਰੂ ਸਾਹਿਬ ਕਹਿੰਦੇ ਆ ਕਿ ਜਿਨ ਨਾਮ ਦੀਆ ਤਿਸ ਸੇਵਸਾਂ। ਹੁਣ ਉਹ ਰੂਹ ਐਸੀ ਅਵਸਥਾ ਦੇ ਵਿੱਚ ਆ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਪਰਮਾਤਮਾ ਨੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਹੈ, ਮੇਰੇ ਹਿਰਦੇ 'ਚ ਪਰਮਾਤਮਾ ਦਾ ਨਾਮ ਅੰਮ੍ਰਿਤ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ। ਫਿਰ ਉਹ ਕਹਿੰਦੀ ਹੈ ਵੀ ਜਿਹਨੇ ਮੈਨੂੰ ਨਾਮ ਦਿੱਤਾ ਹੈ, ਭਾਵ ਪਰਮਪਿਤਾ ਪਰਮਾਤਮਾ ਨੇ ਨਾਮ ਦਿੱਤਾ ਹੈ, ਤਿਸ ਸੇਵਸਾਂ, ਮੈਂ ਉਸੇ ਦੀ ਸੇਵਾ ਕਰਸਾਂ, ਮੈਂ ਉਸੇ ਦੀ ਸਿਮਰਨਾ ਕਰੂੰਗੀ, ਮੈਂ ਉਸ ਨੂੰ ਹੀ ਚੇਤਨਾ ਕਰੂੰਗੀ, ਮੈਂ ਉਸ ਨੂੰ ਹੀ ਚਿੱਤ ਦੇ ਵਿੱਚ ਵਸਾਉਂਗੀ। ਤੇ ਫਿਰ ਤਿਸ ਬਲਿਹਾਰੇ ਜਾਓ, ਉਸੇ ਪਰਮਪਿਤਾ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਵਾਰ ਦੇਵਾਂਗੀ, ਆਪਣਾ ਨਿਸ਼ਾਵਰ ਕਰ ਦੇਵਾਂਗੀ, ਸਮਰਪਣ ਹੋ ਜਾਊਂਗੀ। ਤੋ ਇਸ ਤਰ੍ਹਾਂ ਦੇ ਨਾਲ ਹੁਣ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ ਜੋ ਉਹ ਸਾਰੇ ਸੋ ਢਾਹਿਸੀ ਤਿਸ ਬਿਨ ਅਵਰ ਨਾ ਕੋਏ। ਜੋ ਪਰਮਪਿਤਾ ਪਰਮਾਤਮਾ ਇਸ ਰੂਹ ਨੂੰ ਉਸਾਰਦਾ ਹੈ, ਭਾਵ ਰੂਹ ਵੀ ਇੱਕ ਕੰਧ ਹੈ, ਸਾਡਾ ਸਰੀਰ ਵੀ ਇੱਕ ਕੰਧ ਹੈ, ਇਸ ਨੂੰ ਉਸਾਰਦਾ ਹੈ, ਭਾਵ ਪੈਦਾ ਕਰਦਾ ਹੈ, ਪੈਦਾ ਕਰਕੇ ਇਸ ਨੂੰ ਬਖਸ਼ਾਂ ਦਿੰਦਾ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਉਹਦੇ ਕੋਲ ਐਸੀ ਸ਼ਕਤੀ ਵੀ ਹੈ ਕਿ ਉਹ ਇਸ ਨੂੰ ਢਾਹ ਵੀ ਸਕਦਾ ਐਸੀ। ਪਰ ਗੁਰੂ ਸਾਹਿਬ ਕਹਿੰਦੇ ਆ ਇਹ ਕਰਮ ਜਿਹੜਾ ਹੋਰ ਕੋਈ ਨਹੀਂ ਕਰ ਸਕਦਾ ਬਿਨਾਂ ਪਰਮਾਤਮਾ ਤੋਂ। ਬਿਨ ਅਵਰ ਨਾ ਕੋਏ ਤਿਸ ਬਿਨ ਅਵਰ ਨਾ ਕੋਏ। ਜਿਸ ਨੇ ਇਸ ਰੂਹ ਨੂੰ ਬਣਾਇਆ, ਜਿਸ ਨੇ ਇਸ ਰੂਹ ਨੂੰ ਨਾਮ ਦੇ ਕੇ ਅੰਮ੍ਰਿਤ ਦਿੱਤਾ ਹੈ, ਜਿਸ ਪਰਮਪਿਤਾ ਪਰਮਾਤਮਾ ਨੇ ਇਸ ਨੂੰ ਬਖਸ਼ਾਂ ਦੇ ਕੇ ਨਿਹਾਲ ਕੀਤਾ ਹੈ, ਇਸ ਸੰਸਾਰ ਦੇ ਵਿੱਚ ਇਸ ਦਾ ਮਾਣ ਬਣਵਾਇਆ ਹੈ, ਉਸੇ ਪਰਮਪਿਤਾ ਪਰਮਾਤਮਾ ਹੀ ਇਹ ਕੰਮ ਕਰ ਸਕਦਾ। ਬਾਕੀ ਹੋਰ ਸੰਸਾਰ ਦੇ ਵਿੱਚ ਕੋਈ ਬੰਦਾ, ਕੋਈ ਜੀਵ, ਕੋਈ ਵੀ ਸ਼ਕਤੀ ਜਿਹੜੀ ਹੈ
ਉਹ ਇਹ ਕਰਮ ਨਹੀਂ ਕਰ ਸਕਦੀ ਕਿ ਜੀਵ ਨੂੰ ਬਣਾ ਦੇਵੇ ਔਰ ਜੀਵ ਨੂੰ ਫਿਰ ਢਾਹ ਦੇਵੇ, ਜੀਵ ਨੂੰ ਬਖਸ਼ਣ ਦੇ ਦੇਵੇ। ਕਿਸੇ ਦੇ ਵੱਸ ਨਹੀਂ ਸਿਵਾਏ ਪਰਮਾਤਮਾ। ਅੱਗੇ ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਗੁਰ ਪ੍ਰਸਾਦੀ ਤਿਸ ਸੰਭਲਾਂ ਤਾਂ ਤਨ ਦੁੱਖ ਨਾ ਹੋਏ, ਤਾਂ ਤਨ ਦੁੱਖ ਨਾ ਹੋਏ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਭਾਈ ਇਹ ਜਿਹੜਾ ਨਾਮ ਗੁਰੂ ਨੇ ਦਿੱਤਾ ਨਾ, ਤੇ ਮੈਂ ਸਿਮਰਨਾ ਕਿਵੇਂ ਆ, ਚੇਤੇ ਕਿਵੇਂ ਕਰਨਾ, ਇਹ ਵੀ ਸਾਨੂੰ ਵੱਲ ਦੱਸ ਰਹੇ ਆ ਗੁਰੂ ਸਾਹਿਬ ਨਾਲ। ਕਹਿੰਦੇ ਵੀ ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦਾ ਪ੍ਰਸਾਦ ਸਮਝ ਕੇ, ਗੁਰੂ ਦੀ ਕਿਰਪਾ ਸਮਝ ਕੇ, ਗੁਰੂ ਦੇ ਕਿਰਪਾ ਨਾਲ ਮੈਂ ਉਸ ਪਰਮਪਿਤਾ ਪਰਮਾਤਮਾ ਨੂੰ ਚੇਤੇ ਕਰਨਾ ਹੈ। ਸੰਭਲਣਾ ਦਾ ਅਰਥ ਹੁੰਦਾ ਹੈ ਕਿ ਸੰਭਾਲਣਾ, ਵਿਚਾਰ, ਸਿਮਰਨ ਕਰਨਾ, ਔਰ ਸਿਮਰਨ ਕਰਕੇ ਆਪਣੇ ਹਿਰਦੇ ਦੇ ਵਿੱਚ ਸੰਭਾਲ ਲੈਣਾ, ਹਿਰਦੇ ਦੇ ਵਿੱਚ ਵਸਾ ਲੈਣਾ। ਤੇ ਗੁਰੂ ਸਾਹਿਬ ਕਹਿੰਦੇ ਆ ਤਾਂ ਤਨ ਦੁੱਖ ਨਾ ਹੋਏ। ਜੇ ਇਸ ਤਰ੍ਹਾਂ ਨਾਲ ਅਸੀਂ ਨਾਮ ਸਿਮਰਨ ਕਰਾਂਗੇ ਗੁਰੂ ਦਾ ਪ੍ਰਸਾਦ ਸਮਝ ਕੇ, ਗੁਰੂ ਦੀ ਕਿਰਪਾ ਸਮਝ ਕੇ, ਸਾਡਾ ਕੋਈ ਜ਼ੋਰ ਨਹੀਂ ਹੈ, ਤੇ ਫਿਰ ਗੁਰੂ ਕਹਿੰਦੇ ਤਨ ਦੇ ਵਿੱਚ ਕੋਈ ਦੁੱਖ ਨਹੀਂ ਹੋਏਗਾ। ਹੁਣ ਅਗਲਾ ਬੰਦ ਗੁਰੂ ਸਾਹਿਬ ਫਿਰ ਸਾਨੂੰ ਬਖਸ਼ਿਸ਼ ਕਰ ਰਹੇ ਹੈ, ਨਾ ਕੋ ਮੇਰਾ ਕਿਸ ਗਹੀ, ਨਾ ਕੋ ਹੋਆ ਨਾ ਹੋਗ, ਆਵਣ ਜਾਣ ਵਿਗੁਚੀਐ, ਡੁੱਬਦਾ ਵਿਆਪੈ ਰੋਗ। ਨਾਮ ਵਿਹੂਣੇ ਆਦਮੀ, ਕਲਰ ਕੰਦ ਗਿਰੰਤ, ਬਿਨ ਨਾਵੈ ਕਿਉ ਛੁੱਟੀਐ, ਜਾਏ ਰਸਾਤਲ ਅੰਤ। ਗਣਤ ਗਣਾਵੈ ਅਖਰੀ, ਅਗਣਤ ਸਾਚਾ ਸੋਏ, ਅਗਿਆਨੀ ਮਤਹੀਨ ਹੈ, ਗੁਰ ਬਿਨ ਗਿਆਨ ਨ ਹੋਏ। ਟੂਟੀ ਤੰਤਰ ਵਾਵ ਕੀ, ਵਾਜੈ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ, ਨਾਨਕ ਕਰ ਸੰਜੋਗ। ਵਿਛੜਿਆ ਮੇਲੇ ਪ੍ਰਭੂ, ਨਾਨਕ ਕਰ ਸੰਜੋਗ। ਤੋ ਸਾਧ ਸੰਗਤ ਜੀ, ਇਸ ਬੰਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਭਾਈ ਇਹ ਰੂਹ ਜਿਹੜੀ ਹੈ ਨਾ, ਇਸ ਰੂਹ ਨੂੰ ਇੱਕ ਗਿਆਨ ਹੋ ਜਾਂਦਾ ਹੈ, ਜਿਹੜੀ ਪਰਮਾਤਮਾ ਦੀ ਸ਼ਰਨ ਹੋ ਜਾਂਦੀ ਹੈ। ਪਰ ਬਾਕੀ ਰੂਹਾਂ ਭਾਵੇਂ ਮਨਮੁਖੀਆਂ ਰਹਿੰਦੀਆਂ, ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਨਾ ਕੋ ਮੇਰਾ ਕਿਸ ਗਹੀ, ਨਾ ਕੋ ਹੋਆ ਨਾ ਹੋਗ। ਹੁਣ ਇਹ ਰੂਹ ਨੂੰ ਇੱਕ ਗਿਆਨ ਹੋ ਗਿਆ ਕਿ ਨਾ ਮੇਰਾ ਕੋਈ ਹੈ ਇਸ ਸੰਸਾਰ ਦੇ ਵਿੱਚ, ਤੇ ਨਾ ਮੈਂ ਕਿਸ ਨੂੰ ਪਕੜਾਂ, ਕਿਸ ਦਾ ਸਹਾਰਾ ਲਵਾਂ। ਕਹਿੰਦੇ ਵੀ ਇਹ ਰੂਹ ਨੂੰ ਇਹ ਗਿਆਨ ਹੋ ਗਿਆ ਕਿ ਉਸ ਪਰਮ ਪਿਤਾ ਪਰਮਾਤਮਾ ਬਿਨਾਂ ਨਾ ਕੋਈ ਇਸ ਸੰਸਾਰ ਦੇ ਵਿੱਚ ਹੈ ਤੇ ਨਾ ਹੋਏਗਾ। ਨਾ ਕੋ ਹੋਆ ਨਾ ਹੋਗ। ਉਹ ਪਰਮਪਿਤਾ ਪਰਮਾਤਮਾ ਹੀ ਹੈ ਇੱਕ, ਜੇ ਕਿਸੇ ਦੀ ਬਾਂਹ ਫੜੇ ਤੇ ਵਰਨਾ ਕੋਈ ਕਿਸੇ ਦਾ ਸਾਥੀ ਨਹੀਂ ਹੈ। ਸਭ ਮਤਲਬ ਦੇ ਜਾ ਰਹੇ ਸੰਸਾਰ ਦੇ ਵਿੱਚ ਜਿੰਨੇ ਵੀ ਫਿਰਦੇ ਆ, ਪੈਸੇ ਦੇ ਪਿੱਛੇ ਭੱਜੇ ਫਿਰਦੇ ਆ, ਚਾਹੇ ਉਹ ਭਗਤ ਹੋਣ, ਚਾਹੇ ਉਹ ਸਤਸੰਗੀ ਹੋਣ, ਚਾਹੇ ਉਹ ਕੀਰਤਨੀਏ ਹੋਣ, ਚਾਹੇ ਉਹ ਸੇਵਾਦਾਰ ਹੋਣ, ਚਾਹੇ ਕਿੰਨੀ ਵੀ ਸੇਵਾ ਕਰਦੇ ਹੋਣ। ਸਤਸੰਗਤ ਦੇ ਵਿੱਚੋਂ ਵੀ ਬਥੇਰੇ ਲੋਕ ਸੇਵਾ ਕਰਦੇ ਆ, ਪਰ ਸਾਰੇ ਹੰਕਾਰ ਦੀ ਸੇਵਾ ਕਰਦੇ ਆ, ਮੈਂ ਦੀ ਸੇਵਾ ਕਰਦੇ ਆ। ਕੋਈ ਗੁਰੂ ਦੀ ਸ਼ਰਨ ਹੋ ਕੇ, ਗੁਰੂ ਦੇ ਪਿਆਰ ਦੇ ਵਿੱਚ ਕੋਈ ਨਹੀਂ ਮੰਨਦਾ ਕਿ ਇਹ ਪਰਮਪਿਤਾ ਪਰਮਾਤਮਾ ਮੈਂ ਤੇਰਾ ਸੇਵਾਦਾਰ ਹਾਂ। ਪਰਮਾਤਮਾ ਦਾ ਸੇਵਾਦਾਰ ਕੋਈ ਕਿਸੇ ਨੂੰ ਨਹੀਂ ਸਮਝਾਉਂਦਾ। ਆਪਣਾ ਜ਼ੋਰ ਕਰ ਰਿਹਾ ਹੈ, ਆਪਣੀ ਕਿਰਤ ਕਰ ਰਿਹਾ ਹੈ, ਆਪਣੀ ਕਿਰਤ ਦੇ ਵਿੱਚ ਆਪਣੀ ਮਰਜ਼ੀ ਦੇ ਮੁਕਾਬਲੇ ਆਪਣੀ ਮਰਜ਼ੀ ਦੇ ਬੋਲ ਬੋਲਦਾ, ਆਪਣੇ ਧੱਕੇ ਕਰਦਾ, ਜਿਵੇਂ ਮਰਜ਼ੀ ਉਹਦੀ ਆਉਂਦੀ ਆ ਉਵੇਂ ਕਰਦਾ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਫਿਰ ਇਸ ਤਰ੍ਹਾਂ ਨਾਲ ਭਾਈ ਕੁਛ ਨਹੀਂ ਹੋਣ ਵਾਲਾ। ਆਵਣ ਜਾਣ ਵਿਗੁਚੀ ਹੈ, ਦੁਬਦਾ ਵਿਆਪੇ ਰੋਗ। ਤੇ ਇਸ ਰੂਹ ਨੂੰ ਫਿਰ ਪ੍ਰਮਾਤਮਾ ਵੱਲੋਂ ਕੀ ਕਰਮ ਲੱਗਦੇ ਆ ਕਿ 84 ਲੱਖ ਜੂਨੀਆਂ ਦਾ ਆਉਣਾ ਜਾਣਾ ਇਸ ਨੂੰ ਭੋਗ ਲੱਗ ਜਾਂਦਾ ਹੈ, ਭਾਵ ਇਹ ਨਰਕ ਦੇ ਵਿੱਚ ਪੈ ਜਾਂਦੀ ਹੈ। ਤੇ ਫਿਰ ਵਿਗੁੱਚਦੀ ਹੈ। ਵਿਗੁੱਚਣਾ ਮਤਲਬ ਹੁੰਦਾ ਹੈ ਕਿ ਆਪਣੇ ਆਪ ਨੂੰ ਖਤਮ ਕਰ ਲੈਣਾ। ਵਿਗੁੱਚਣਾ ਮਤਲਬ ਜੋ ਚੀਜ਼ ਅਸੀਂ ਪ੍ਰਾਪਤ ਕਰਨਾ ਸੀ ਉਹ ਨਹੀਂ ਮਿਲਣੀ, ਤੇ ਅਸੀਂ ਐਵੇਂ ਹੀ ਧੱਕੇ ਖਾਂਦੇ ਫਿਰਦੇ ਰਹਿ ਗਏ, ਵਿਗੋਚਾ ਕੱਢਦੇ ਰਹਿ ਗਏ। ਤੇ ਇਸ ਤਰ੍ਹਾਂ ਦੇ ਨਾਲ ਦੁਬਧਾ ਦੇ ਵਿੱਚ ਜਿਹੜਾ ਹੈ ਨਾ, ਸਾਡਾ ਜਿਹੜਾ ਸਰੀਰ ਹੈ ਵਿਆਪੇ ਰੋਗ, ਸਾਡੇ ਤਨ ਨੂੰ, ਸਾਡੇ ਮਨ ਨੂੰ ਵੀ ਰੋਗ ਵਿਆਪਦੇ ਆ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਕਹਿੰਦੇ ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਨਾਮ ਵਿਹੂਣੇ ਆਦਮੀ, ਕਲਰ ਕੰਦ ਗਿਰੰਤ। ਨਾਮ ਵਿਹੂਣੇ ਆਦਮੀ, ਗੁਰੂ ਸਾਹਿਬ ਕਹਿੰਦੇ ਨਾਮ ਬਿਨਾ। ਅਮੂਮਨ ਅੱਜ ਕੱਲ੍ਹ ਸੰਸਾਰ ਦੇ ਵਿੱਚ ਦੇਖਿਆ ਜਾਂਦਾ ਕਿ ਲੋਕ ਗੁਰੂ ਦੀ ਸ਼ਰਨ ਹੋ ਕੇ ਅੰਮ੍ਰਿਤ ਵੀ ਛਕ ਲੈਂਦੇ ਆ,
किरपाना भी पा लेंदे है, पंज ककार भी पूरे कर लेंदे है, गुरुद्वारे आके मत्थे भी टेकदे, पर मन जिहड़ा कदे गुरु की शरण दे विच नीवा नहीं होयागा। परमात्मा का नाम असल रूप दे विच कदे नहीं प्राप्त किया उस रूह ने। वो अपने हंकार दे विच ही अपने कर्म करदी फिरदी है। नाम विहूणे, वो बंदे नाम तो विहूणे हुंदे आ, भावें अमृत भी छकिया होवे, भावें गुरु के दर ते भी आउंदे होण, भावें मत्थे भी टेकदे होण, पर उन्हां दे अंतर हिरदे दे विच नाम कदे नहीं हुंदा। परमात्मा का नाम जिहड़ा सच रूप दे विच है। कहंदे भी वो ऐसे आदमी जिहड़े फिर जिवें कलर छोरे वाली जिहड़ी रेते की कंध हुंदी है ना, जिवें वो गिरदी है, इस तरह ही ये रूह जिहड़ी है नरक दे विच गिर जाती है। इसकी कोई कीमत नहीं पैंदी। और ये कंध जिहड़ी है साडी शरीर की, ये छोरे वाली कंध की तरह एकदम ही ढह जाती है, एकदम ही नरक दे विच पै जाती है। पाप कर्म करती हुई नाम तो बिना इसकी कोई कीमत नहीं पैंदी। हुण गुरु साहब कहंदे बिन नावे क्यों छुट्टी है, जाए रसातल अंत। तो गुरु साहब कहते जिसने नाम नहीं सिमरन किया, नाम गुरु तो लिया ही नहीं, वो हिरदे च नाम ही नहीं है, तो वो पर जमा की मार तो छुट किवें जाएगा। उसनूं नरक तो 84 लाख जूनियां दा लगेगा ही लगेगा। वो ऐसी रूह जिहड़ी है रसातल दे विच भाव 14 पताल है धरती दे गिणे जाते, या 7 पताल धरती दे गिणे जाते, उस दे विच धस जाएगी। जाए रसातल अंत, ये पताल दे विच अंत नूं मतलब धस जाएगी, उहदा कोई कीमत नहीं पाएगी। ऐसी उहदी अवस्था बन जाएगी, ऐसा उहदा कष्ट बन जाएगा, ऐसा उहदा जीवन जिहड़ा है वो पापां वाला नरक बना देगा। हुण अगे गुरु साहब कहंदे गणत गणावै अकरी, अगणत साचा सोए। हुण एक गल इत्थे मैं होर विचार करदा हां, गुरु साहब सानू बख्शिश कर रहे हैं, भाई गणत गणावै। गणत की हुंदी है? गिणती। आम अमूमन मैं वक्तावां नूं प्रचारकां नूं ये गल करदे सुणदा है, भाई 11 पाठ रोज़ दे कर लिया करो, 25 पाठ जपजी साहब दे कर लिया करो, 11 सुखमनी दे कर लिया करो, 50,000 पाठ जिहड़े तुसीं करोगे जपजी साहब दे ते तुहाडा जीवन सुखां वाला हो जू, तुहाडे कोले पैसे बहुत आ जाणगे। गिणतियां कर करके दसदे है। ये परमात्मा जिहड़ा गिणतियां दे विच नहीं बन्निया होया। 11 पाठ कर ले तो परमात्मा तुहानूं सुखियां खुशियां दे दूगा, नहीं। परमात्मा अगणत है, कोई गिणती नहीं है उसकी। चाहे तो वो पहले बोलते ही खुश हो के उस रूह नूं परमात्मा के दरसदारे दिखा सकता है, सुखां के भंडारे दे सकता है, नौ निधां के भंडारे दे सकता है, शीतल नाम अमृत दे सकता है। तो जे किते लख वारी भी जपजी साहब का पाठ कर लिया ना, तो मन जिहड़ा परमात्मा नाल नहीं जुड़िया, परमात्मा की शरण नहीं होया, परमात्मा की प्रीत दे विच नहीं आया, परमात्मा के सच दे विच नहीं आया, तो गुरु साहब कहते हैं वो भी बेकार है, अगणत है। ये परमात्मा जिहड़ा है अगणत है। ये सच्चा परमपिता परमात्मा जिहड़ा गिनतियां दे विच नहीं है, ये तो भावना दे विच है, प्यार दे विच है, प्रीत दे विच है। जे प्रीत है तुहाडे मन च भावना है, तुहाडे मन च शरनागत है, तुहाडे मन ने परमपिता परमात्मा नूं मन लिया है कि तू करन कारण समर्थ है। हे परमपिता परमात्मा तू सारी सृष्टि का करता है, हे परमपिता परमात्मा तू सारी सृष्टि नूं चलाउणा है, हे परमपिता परमात्मा तू सारी सृष्टि नूं देवनहार है, चाहे कितों ही देवें, जिथों भी देवें, तू विध बना के परमात्मा उस जीव नूं खाण पीण वास्ते रिजक भेजेगा। गुरु साहब बख्शिश करते हैं, काहे रे मन चितवै उदम, जा आहर हर जियो परिया, सैल पत्थर मैं जंत उपाए, ताका रिजक आगे कर धरिया। उस परम पिता परमात्मा ने गुरमुख प्यारिओ, परम पिता परमात्मा की किरपा ऐसी है कि सारे जीवां नूं खाण पीण दा दाना जिहड़ा वो परमात्मा आप भेजदा, चाहे कित्थों ही भेजे, चाहे मैदान दे विच पा देवे, चोग पा देवे, खिलार देवे, चाहे तो किसी के हत्थ च मतलब दे के दाना पानी, तो उस द्वारा मतलब जीवन उसका चलवावे, उसनूं उसकी रिजक पहुँचावे, उसनूं उसका दाना पानी खाण दा पहुँचावे। तो गुरु साहब कहते हैं भाई इस तरह के नाल गुरु साहब बख्शिश जिहड़ा है ये गुरमुख प्यारियां दे उत्ते भी कर दिंदा है। अगणत है, गिनती कोई नहीं है, परमात्मा हमेशा अगणत है। गणत ना गणिया काई, गिनती ना करो। अगे गुरु साहब बख्शिश कहते अज्ञानी मतहीन है, गुरबिन ज्ञान न होए। तो कहते अमूमन संसार के लोग जिहड़े है ना, जिहड़े अज्ञानी आ, ऐसियां गल्लां करते हैं कि इन्ने पाठ कर लो जी, ऐं कर लो जी, इन्ने कर लो जी, ऐं कर लो जी, गिनतियां दसदे है।
ਤੇ ਫਿਰ ਪਰਮਾਤਮਾ ਦੀਆਂ ਖੁਸ਼ੀਆਂ ਮਿਲ ਜਾਣਗੀਆਂ, ਤੁਹਾਡੇ ਕੋਲੇ ਧਨ ਬਹੁਤ ਆ ਜਾਏਗਾ। ਗੁਰੂ ਸਾਹਿਬ ਕਹਿੰਦੇ ਇਹ ਮਤਹੀਨ ਲੋਕ ਹੈ, ਇਹ ਅਗਿਆਨੀ ਲੋਕ ਹੈ, ਇਹ ਮਤਹੀਨ ਹੈ। ਗੁਰੂ ਸਾਹਿਬ ਕਹਿੰਦੇ ਆ ਗੁਰਬਿਨ ਗਿਆਨ ਨਾ ਹੋਏ। ਉਸ ਪਰਮਪਿਤਾ ਪਰਮਾਤਮਾ ਦਾ ਗਿਆਨ ਜਿਹੜਾ ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਜੇ ਗੁਰੂ ਦੀ ਸ਼ਰਨ ਹੋਵਾਂਗੇ, ਗੁਰੂ ਦੀ ਕਿਰਪਾ ਨਾਲ ਅਸੀਂ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਾਂਗੇ, ਗੁਰੂ ਦੀ ਕਿਰਪਾ ਨਾਲ ਅਸੀਂ ਗੁਰੂ ਦੇ ਚਰਨਾਂ 'ਚ ਬੈਠ ਕੇ ਪਿਆਰ ਕਰਾਂਗੇ, ਗੁਰੂ ਨਾਲ ਸ਼ਰਧਾ ਭਾਵਨਾ ਕਰਾਂਗੇ, ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵਾਂਗੇ, ਸੱਚ ਨੂੰ ਧਾਰਨ ਕਰਾਂਗੇ, ਕੂੜ ਦਾ ਛੁਟਕਾਰਾ ਕਰਾਂਗੇ। ਤੇ ਇਸ ਤਰ੍ਹਾਂ ਦੇ ਨਾਲ ਪ੍ਰੀਤ ਜਿਹੜੀ ਸਾਡੀ ਹੈ ਨਾ ਜਦੋਂ ਹੋਏਗੀ, ਤੇ ਉਦੋਂ ਜਿਹੜਾ ਹੈ ਨਾ ਇਹ ਸਾਡਾ ਮਨ ਜਿਹੜਾ ਹੈ ਇਹ ਗਿਆਨ ਨੂੰ ਪ੍ਰਾਪਤ ਕਰੇਗਾ। ਉਦੋਂ ਪਹਿਲਾਂ ਗਿਆਨ ਪ੍ਰਾਪਤ ਨਹੀਂ ਹੋਏਗਾ। ਔਰ ਜਦੋਂ ਗਿਆਨ ਪ੍ਰਾਪਤ ਹੁੰਦਾ ਹੈ ਉਦੋਂ ਹੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਤੀਜੇ ਪਾਤਸ਼ਾਹ ਨੇ 40ਵੀਂ ਪੌੜੀ ਦੇ ਵਿੱਚ ਇਹ ਬਖਸ਼ਿਸ਼ ਗੱਲ ਕੀਤੀ ਹੋਈ ਹੈ। ਅਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਰਸੇ, ਪੂਰੇ ਗੁਰ ਤੇ ਜਾਣੀ। ਗੁਰੂ ਸਾਹਿਬ ਕਹਿੰਦੇ ਆ ਕਿ ਆਨੰਦ ਸੁਣੋ, ਅਨਹਦ ਧੁਨ ਨੂੰ ਸੁਣੋ। ਗੁਰਮੁਖ ਪਿਆਰਿਓ, ਜਦੋਂ ਤੁਹਾਨੂੰ ਅਨਹਦ ਸੁਣਨੀ ਸ਼ੁਰੂ ਹੋ ਗਈ ਉਦੋਂ ਤੁਹਾਨੂੰ ਪਰਮਪਿਤਾ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਜਦੋਂ ਤੁਹਾਡੇ 10ਵੇਂ ਦੁਆਰ ਦੇ ਵਿੱਚ ਅਨਹਦ ਵੱਜਣੀ ਸ਼ੁਰੂ ਹੋ ਜਾਏਗੀ ਉਦੋਂ ਇਹ ਸਮਝ ਲਓ ਕਿ ਤੁਹਾਡੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਗਿਆ। 10ਵੇਂ ਦੁਆਰ 'ਚੋਂ ਨਿਕਲ ਕੇ ਪਰਮਾਤਮਾ ਹਿਰਦੇ ਦੇ ਵਿੱਚ ਆ ਗਿਆ ਔਰ ਤੁਹਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਤੇ ਫਿਰ ਕੀ ਹੋਏਗਾ? ਪਾਰ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਕਹਿੰਦੇ ਵੀ ਸਾਏ ਪਰਮਾਤਮਾ ਦੀ ਅਨਹਦ ਧੁਨ ਨਾਮ ਦੀ ਬਾਣੀ ਜਿਹੜੀ ਹੈ ਨਾ, ਜਦੋਂ ਅਸੀਂ ਸੁਣਾਂਗੇ ਤਾਂ ਸਾਡੇ ਦੁੱਖ ਰੋਗ ਕਸ਼ਟ ਸਾਰੇ ਜਿਹੜੇ ਹੈ ਉਹ ਚਲੇ ਜਾਣਗੇ, ਉਤਰ ਜਾਣਗੇ, ਸਰੀਰ ਤੋਂ ਦੂਰ ਚਲੇ ਜਾਣਗੇ। ਸੁਣੀ ਸੱਚੀ ਬਾਣੀ, ਸੰਤ ਸਾਜਣ, ਸੰਤ ਔਰ ਸਾਜਣ, ਸੰਤ ਭਾਵ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੀ ਰੂਹ, ਗੁਰਮੁਖ ਪਿਆਰਾ, ਸੇਵਕ, ਭਗਤ। ਤੇ ਸਾਜਣ ਦਾ ਮਤਲਬ ਪਰਮਾਤਮਾ। ਸੰਤ ਔਰ ਸਾਜਣ ਫਿਰ ਐਸੀ ਬਾਣੀ ਨੂੰ ਸਰਵਣ ਕਰਕੇ ਇੱਕ ਰਸ ਹੋ ਜਾਣਗੇ, ਭਾਵ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਜਾਏਗੀ। ਉਹ ਰੂਹ ਜਿਹੜੀ ਹੈ ਪਰਮਪਿਤਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਏਗੀ। ਤੇ ਗੁਰੂ ਸਾਹਿਬ ਕਹਿੰਦੇ ਹੈ ਜੋ ਜਲ ਮੈਂ ਜਲ ਆਏ ਖਟਾਨਾ, ਤੇ ਉਹ ਜੋਤੀ ਸੰਗ ਜੋਤ ਸਮਾਣਾ। ਇਸ ਤਰ੍ਹਾਂ ਦੇ ਨਾਲ ਸਾਡੀ ਰੂਹ ਜਿਹੜੀ ਹੈ ਪਰਮਪਿਤਾ ਪਰਮਾਤਮਾ ਦਾ ਮਿਲਨ ਕਰ ਲੈਂਦੀ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਭਾਈ ਤੁਸੀਂ ਕਿਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹੋ। ਪਰਮਾਤਮਾ ਲੋਕ ਕਹਿੰਦੇ ਆ ਜੀ, ਅਮੂਮਨ ਲੋਕ, ਅਗਿਆਨੀ ਲੋਕ ਜਿਹੜੇ ਕਹਿੰਦੇ ਆ ਨਹੀਂ ਜੀ ਪਰਮਾਤਮਾ ਤਾਂ ਕਿਤੇ ਹੈ ਹੀ ਨਹੀਂ ਹੈ, ਪਰਮਾਤਮਾ ਕਦੇ ਮਿਲਦਾ ਹੀ ਨਹੀਂ ਕਿਸੇ ਨੂੰ, ਪਰਮਾਤਮਾ ਕਦੇ ਪ੍ਰਾਪਤ ਹੀ ਨਹੀਂ ਹੁੰਦਾ, ਪਰਮਾਤਮਾ ਕਦੇ ਦਰਸ਼ਨ ਨਹੀਂ ਦਿੰਦਾ। ਨਹੀਂ ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਅਨੇਕਾਂ ਸ਼ਬਦਾਂ ਦੇ ਵਿੱਚ ਅਨੇਕਾਂ ਥਾਵਾਂ ਦੇ ਉੱਤੇ ਇਹ ਬਖਸ਼ਾਂ ਕਰਦਾ ਕਿ ਇਸ ਰੂਹ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਵੇ, ਪਰਮਾਤਮਾ ਦੇ ਹੁਕਮ ਦੇ ਵਿੱਚ ਰਵੇ, ਪਰਮਾਤਮਾ ਤੋਂ ਵਿਸਾਰਾ ਕਰਿਆ, ਪਰਮਾਤਮਾ ਦਾ ਦੂਰੀ ਕਰਿਆ, ਪਰਮਾਤਮਾ ਨੂੰ ਆਪਣੇ ਹਿਰਦੇ ਤੋਂ ਦੂਰ ਸਮਝ ਲੈਣਾ। ਇਹ ਪਰਮਪਿਤਾ ਪਰਮਾਤਮਾ ਫਿਰ ਕਿਰਪਾ ਨਹੀਂ ਹੁੰਦੀ, ਫਿਰ ਨਹੀਂ ਦਰਸ਼ਨ ਹੁੰਦੇ ਭਾਈ। ਮਨਮੁਖ ਹੋ ਜਾਣਾ, ਮਨਮੁਖਾਂ ਨੂੰ ਪ੍ਰਾਪਤੀ ਨਹੀਂ ਹੁੰਦੀ, ਗੁਰਮੁਖਾਂ ਨੂੰ ਹੁੰਦੀ ਹੈ। ਜਦੋਂ ਅਸੀਂ ਗੁਰਮੁਖ ਬਣਾਂਗੇ ਪਰਮਾਤਮਾ ਦੀ ਸ਼ਰਨ ਹੋ ਕੇ, ਉਦੋਂ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਾਰ-ਬਾਰ ਸਮਝਾ ਰਹੇ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ क्षमा ਦਾ ਜਾਚਕ ਹੈ। ਭੁੱਲਾਂ ਚੁੱਕਾਂ ਲਈ क्षमा ਜਾਚਨਾ। ਵਾਹਿਗੁਰੂ ਕਿਰਪਾ ਕਰੇ, ਸਾਡੇ ਮਿਹਰ ਕਰੇ, ਸਾਨੂੰ ਆਪਣੇ ਦਰਸਦਾਰੇ ਬਖਸ਼ੇ, ਆਪਣਾ ਗੁਣ ਬਖਸ਼ੇ, ਆਪਣੀ ਪ੍ਰੀਤ ਬਖਸ਼ੇ, ਆਪਣਾ ਪਿਆਰ ਬਖਸ਼ੇ। ਤੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ।